ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਕਾਲ ਪੁਰਖ ਸੱਚਖੰਡ ਵਿੱਚ ਬੈਠ ਕੇ ਤਿੰਨਾਂ ਦੇਵਤਿਆਂ ਦੀ ਰਚਨਾ ਕੀਤੀ, ਜਿਨ੍ਹਾਂ ਦੇ ਨਾਮ ਬ੍ਰਹਮਾ ਵਿਸ਼ਨੂੰ ਮਹੇਸ਼ ਰੱਖੇ ਗਏ। ਅਕਾਲ ਪੁਰਖ ਜੀ ਨੇ ਬ੍ਰਹਮਾ ਜੀ ਨੂੰ ਇਹ ਉਪਦੇਸ਼ ਦਿੱਤਾ ਕਿ ਤੁਸੀਂ ਧਰਤੀ ਦੀ ਰਚਨਾ ਕਰੋ। ਬ੍ਰਹਮਾ ਜੀ ਨੇ ਧਰਤੀ ਦੀ ਰਚਨਾ ਕੀਤੀ ਤੇ ਧਰਤੀ ਉੱਤੇ 4 ਯੁੱਗ ਬਣਾਏ। ਪਹਿਲਾ ਸਤਯੁੱਗ, ਦੂਜਾ ਤ੍ਰੇਤਾ ਯੁੱਗ, ਤੀਜਾ ਦੁਆਪਰ ਯੁੱਗ ਤੇ ਚੌਥਾ ਕਲਯੁੱਗ। ਸਤਯੁੱਗ ਦਾ ਸਮਾਂ ਬੀਤ ਗਿਆ। ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹਨਾਂ ਨੂੰ ਤ੍ਰੇਤੇ ਯੁੱਗ ਵਿੱਚ ਜਨਮ ਧਾਰ ਕੇ ਆਉਣਾ ਪਿਆ। ਤ੍ਰੇਤੇ ਦੀ ਮਰਿਆਦਾ ਅਨੁਸਾਰ 1 ਲੱਖ ਵਰ੍ਹੇ ਦੀ ਉਮਰ ਤੋਂ ਘਟ ਕੇ 10ਵਾਂ ਹਿੱਸਾ ਰਹਿ ਗਈ। ਤ੍ਰੇਤੇ ਦੀ ਉਮਰ 10,000 ਸਾਲ ਰਹਿ ਗਈ ਤੇ ਸਭ ਲੋਕਾਂ ਵਿੱਚੋਂ ਸੱਚ ਘਟ ਗਿਆ ਅਤੇ ਮੈਨੂੰ ਮਿਲਣ ਦੀ ਇੱਛਾ ਘਟ ਗਈ। ਸਭ ਰਾਜ ਭਾਗ ਦੀ ਇੱਛਾ ਕਰਕੇ ਇੱਕ ਦੂਸਰੇ ਤੇ ਜੰਗ ਕਰਨ ਲੱਗ ਪਏ, ਬੈਰ ਵਿਰੋਧ ਕਰਨ ਲੱਗ ਪਏ, ਇੱਕ ਦੂਜੇ ਨੂੰ ਮਾਰਨ ਮੁਕਾਉਣ ਲਈ ਮੇਰੇ ਅੱਗੇ ਬੇਨਤੀਆਂ ਕਰਨ ਲੱਗ ਪਏ। ਤ੍ਰੇਤੇ ਵਿੱਚ ਨਿਰਲੇਪ ਰਹਿ ਕੇ ਜਿਨ੍ਹਾਂ ਨੇ ਮੈਨੂੰ ਜਪਣਾ ਕੀਤਾ, ਆਪਣੇ ਅੰਦਰ ਮੈਨੂੰ ਪ੍ਰਗਟ ਕਰ ਲਿਆ। ਜੋ ਵੀ ਮੇਰੇ ਪਾਸ ਆ ਗਏ ਉਹ ਅਮਰ ਹੋ ਗਏ। ਮੈਂ ਉਹਨਾਂ ਨੂੰ ਜਨਮ ਮਰਨ ਦੇ ਦੁੱਖਾਂ ਤੋਂ ਬਚਾ ਲਿਆ। ਜੋ ਮੇਰੇ ਹੋ ਜਾਂਦੇ ਹਨ ਮੈਂ ਉਹਨਾਂ ਦਾ ਹੋ ਜਾਂਦਾ ਹਾਂ। ਅਕਾਲ ਪੁਰਖ ਜੀ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ। ਅੱਗੇ ਤ੍ਰੇਤੇ ਯੁੱਗ ਦਾ ਸਮਾਂ ਬੀਤ ਗਿਆ। ਦੁਆਪਰ ਵਿੱਚ ਦਾ ਸਮਾਂ ਆ ਗਿਆ। ਦੁਆਪਰ ਯੁੱਗ ਵਿੱਚ ਸਭ ਦੀਆਂ ਉਮਰਾਂ ਘਟ ਕੇ 10ਵਾਂ ਹਿੱਸਾ ਰਹਿ ਗਈਆਂ। ਸਭ ਲੋਕਾਂ ਦੀ ਉਮਰ 1000 ਸਾਲ ਰਹਿ ਗਈ। ਕੋਈ ਜਲ ਬਾਰੇ, ਕੋਈ ਧੂਣੀਆਂ, ਕੋਈ ਪੂਜਾ, ਕੋਈ ਵਰਤ। ਅੰਦਰ ਮੁੱਖ ਬ੍ਰਿਤੀ ਨੂੰ ਛੱਡ ਕੇ ਬਾਹਰਲੇ ਫੋਕਟ ਕਰਮਾਂ ਸਭ ਨੇ ਲੱਗਣਾ ਕੀਤਾ। ਸਭ ਨੇ ਆਪਸ ਵਿੱਚ ਲੜਾਈਆਂ ਝਗੜੇ ਕਰ ਦਿੱਤੇ। ਕਿਸੇ ਨੇ ਮਾਨਸ ਜਨਮ ਦੀ ਕੋਈ ਕਦਰ ਨਹੀਂ ਕੀਤੀ। ਜਿਨ੍ਹਾਂ ਨਾਮ ਨੂੰ ਜਪਣਾ ਨਹੀਂ ਕੀਤਾ, 8 ਪਹਿਰ ਮੈਨੂੰ ਯਾਦ ਨਹੀਂ ਕੀਤਾ, ਮੈਂ ਉਹਨਾਂ ਤੋਂ ਦੂਰ ਹੋ ਗਿਆ। ਜਿਨ੍ਹਾਂ ਨੇ ਨਾਮ ਨੂੰ ਜਪਣਾ ਕੀਤਾ, 8 ਪਹਿਰ ਮੈਨੂੰ ਯਾਦ ਕੀਤਾ, ਆਪਣੇ ਸਰੀਰ ਦੇ ਅੰਦਰ ਨਾਮ ਅੰਮ੍ਰਿਤ ਪੀ ਕੇ ਅਮਰ ਹੋ ਗਏ। ਉਹ ਸਦਾ ਲਈ ਅਵਿਨਾਸ਼ੀ ਪਦ ਵੀ ਪ੍ਰਾਪਤ ਕਰਕੇ ਮੇਰੇ ਹੋ ਗਏ। ਦੁਆਪਰ ਯੁੱਗ ਵੀ ਬੀਤ ਗਿਆ। ਕਲਯੁੱਗ ਦਾ ਸਮਾਂ ਆ ਗਿਆ। 10ਵਾਂ ਹਿੱਸਾ ਉਮਰ ਘਟ ਕੇ ਸਭ ਦੀ 100 ਸਾਲ ਦੀ ਉਮਰ ਰਹਿ ਗਈ। ਜੋ ਦੁਆਪਰ ਸਮੇਂ ਵਿੱਚ ਮੇਰੇ ਪਾਸ ਪਹੁੰਚ ਗਏ ਸੋ ਪਹੁੰਚ ਗਏ। ਬਾਕੀ ਸਭ ਨੂੰ ਫਿਰ ਜਨਮ ਲੈ ਕੇ ਆਉਣਾ ਪਿਆ। ਪਿਛਲੇ ਯੁੱਗਾਂ ਵਿੱਚ ਬਾਰ-ਬਾਰ ਜਨਮ ਲੈਣ ਨਾਲ ਇਹਨਾਂ ਨੂੰ ਜਨਮਾਂ ਦੀ ਮੈਲ ਲੱਗ ਗਈ। ਸਭ ਜੀਵਾਂ ਦਾ ਮਨ ਕਾਲਾ ਅਤੇ ਖੋਟਾ ਹੋ ਗਿਆ ਅਤੇ ਸਰੀਰ ਦੀ ਤਾਕਤ ਵੀ ਘਟ ਗਈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਦੁਵਿਧਾ, ਬਖੀਲੀ, ਝੂਠ, ਨਿੰਦਾ ਆਦਿਕ ਵਿਸ਼ਿਆਂ ਵਿੱਚ ਇਸ ਦਾ ਮਨ ਬੇਕਾਰੀ ਹੋ ਗਿਆ। ਦੂਸਰੇ ਪਾਸੇ ਮੇਰੇ ਬਾਰੇ ਵਿੱਚ ਇਸ ਨੂੰ ਗਿਆਨ ਵੀ ਬਹੁਤ ਹੋ ਗਿਆ। ਬਹੁਤ ਚਤੁਰ ਸਿਆਣਾ ਵੀ ਹੋ ਗਿਆ। ਕਲਯੁੱਗ ਦਾ ਪ੍ਰਾਣੀ ਇਹ ਇੱਕ ਹੱਥ ਨਾਲ ਪੁੰਨ ਕਰਦਾ, ਦੂਸਰੇ ਹੱਥ ਨਾਲ ਪਾਪ ਕਰਮ ਕਰਦਾ। ਵੇਦਾਂ ਗ੍ਰੰਥਾਂ ਨੂੰ ਪੜ੍ਹਨ ਵਾਲੇ, ਦੂਸਰਿਆਂ ਨੂੰ ਉਪਦੇਸ਼ ਦੇਣ ਵਾਲੇ ਆਪਣੀ ਕਰਨੀ ਕਮਾਣੀ ਨਾ ਅਮਲ ਕਰਦੇ ਸਨ। ਸਭ ਕੁਝ ਮਾਇਆ ਨੂੰ ਮੁੱਖ ਰੱਖ ਕੇ ਕਰਦੇ ਸਨ। ਜਿਤਨੇ ਵੱਡੇ ਮਾਇਆਧਾਰੀ ਲੋਕ ਸਭ ਧਰਮ ਨੂੰ ਭੁੱਲ ਗਏ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ ਸਭ ਭੁੱਲ ਗਏ ਸਨ। ਜੋ ਇਹ ਰਾਤ ਮਾਇਆ ਦੇ ਨਸ਼ੇ ਵਿੱਚ ਗੁਲਤਾਨ ਰਹਿੰਦੇ ਸਨ, ਇਹਨਾਂ ਦੇ ਅੰਦਰ ਅਤੇ ਮੇਰੇ ਵਿਚਕਾਰ ਹਉਮੈ ਦਾ ਪਰਦਾ ਹੋ ਜਾਂਦਾ ਹੈ। ਉਹ ਬੋਲਦਾ ਹੋ ਜਾਂਦਾ ਹੈ, ਉਹ ਬੋਲਾ ਹੋ ਜਾਂਦਾ ਹੈ। ਉਹ ਮੇਰੇ ਸ਼ਬਦ ਨੂੰ ਸੁਣ ਨਹੀਂ ਸਕਦਾ। ਜੋ ਵੀ ਕਾਮੀ, ਕ੍ਰੋਧੀ, ਲਾਲਚੀ ਹਨ, ਹੰਕਾਰੀ ਹਨ, ਉਹ ਮੇਰੀ ਭਗਤੀ ਨਹੀਂ ਕਰ ਸਕਦੇ।
ਜੋ ਮਰਨਾ ਭੁੱਲੇ ਹੋਏ ਹਨ ਉਹ ਮੇਰੀ ਭਗਤੀ ਨਹੀਂ ਕਰ ਸਕਦੇ। ਜਿਨ੍ਹਾਂ ਦੇ ਮਨ ਵਿੱਚ ਹੋਰ ਮੁਖ ਵਿੱਚ ਹੋਰ ਹੈ ਉਹ ਮੇਰੀ ਭਗਤੀ ਨਹੀਂ ਕਰ ਸਕਦੇ। ਜੋ ਆਪਣੇ ਆਪ ਨੂੰ ਵੱਡੇ ਕਹਾਉਂਦੇ ਹਨ, ਸਭ ਮਾਇਆ ਦੀ ਵਡਿਆਈ ਕਰਦੇ ਹੈ, ਉਹ ਮੇਰੀ ਭਗਤੀ ਨਹੀਂ ਕਰ ਸਕਦੇ। ਮੈਂ ਉਹਨਾਂ 'ਤੇ ਸਦਾ ਹੀ ਦੂਰ ਰਹਿੰਦਾ ਹਾਂ ਜੋ ਮੇਰੇ ਨਾਲ ਚਤੁਰਾਈਆਂ ਕਰਦੇ ਹਨ। ਜੋ ਇਸ ਯੁੱਗ ਵਿੱਚ ਪ੍ਰੇਤਾਂ ਜੈਸੇ ਆਦਮੀ ਹਨ, ਜੋ ਮੈਨੂੰ ਨਹੀਂ ਪਹਿਚਾਣਦੇ, ਉਹ ਮੇਰੇ ਨਾਲ ਵਾਅਦੇ ਕੀਤਿਆਂ 'ਤੇ ਮੁੱਕਰ ਗਏ ਹਨ। ਉਹ ਆਪਣਾ ਕੀਤਾ ਆਪੇ ਪਾਉਣਗੇ। ਜੋ ਤਨ ਮਨ ਧਨ ਮੇਰੇ ਅਰਪਣ ਕਰਕੇ ਮੇਰੇ ਸ਼ਬਦ ਗੁਰੂ ਨਾਲ ਮਿਲ ਜਾਣਗੇ, ਕਿਉਂਕਿ ਜੋ ਮੇਰਾ ਸੱਚ ਹੈ, ਮੇਰਾ ਅੰਮ੍ਰਿਤ ਨਾਮ ਹੈ। ਕਹਿਣੇ ਵਾਲੇ ਸਭ ਪਵਿੱਤਰ ਹੈ ਜਾਣਗੇ, ਸੁਣਨ ਵਾਲੇ ਸਭ ਪਵਿੱਤਰ ਹੋ ਜਾਣਗੇ। ਜੋ ਵੀ ਮੈਨੂੰ ਮਨ ਵਿੱਚ ਵਸਾਉਣਗੇ ਸਭ ਪਵਿੱਤਰ ਹੋ ਜਾਣਗੇ। ਉਹਨਾਂ ਦੀਆਂ ਕੁਲਾਂ ਤਰ ਜਾਣਗੀਆਂ। ਜੋ ਮੇਰੇ ਅਨਹਦ ਸ਼ਬਦ ਵਿੱਚ ਸਮਾ ਜਾਣਗੇ ਉਹ ਮੈਨੂੰ ਆ ਮਿਲਣਗੇ। ਉਹ ਜਮਾਂ ਦੇ ਰਸਤੇ ਵਿੱਚ ਨਹੀਂ ਪੈਣਗੇ। ਜਦੋਂ ਕਲਯੁਗ ਨੇ ਜ਼ੋਰ ਪਾਇਆ, ਭਾਰੀ ਤੋਂ ਭਾਰੀ ਪਾਪ ਉਦਰਭ ਹੋਣ ਲੱਗੇ, ਮਲੇਸ਼ ਰਾਜ ਵੱਧ ਗਿਆ, ਗਊ ਗਰੀਬਾਂ ਤੇ ਦੁਰਾਚਾਰੀਆਂ ਬਣ ਗਏ, ਪ੍ਰਜਾ ਦੀ ਪੁਕਾਰ ਸੁਣਨੋਂ ਰਹਿ ਗਏ, ਕਾਜੀ ਰਿਸ਼ਵਤਾਂ ਖਾਣ ਲੱਗ ਪਏ, ਨਾਉ ਦੀ ਕੋਈ ਥਾਂ ਨਾ ਰਹੀ। ਸਾਰੇ ਸੰਸਾਰ ਵਿੱਚ ਝੂਠ ਦਾ ਪਸਾਰਾ ਪਸਰ ਗਿਆ, ਸੱਚ ਦਾ ਚੰਦਰਮਾ ਅਮਾਵਸਿਆ ਦੀ ਤਰ੍ਹਾਂ ਛਿਪ ਗਿਆ। ਕਰਮ ਧਰਮ ਪੂਜਾ ਪਾਠ ਜਬਰਨ ਬੰਦ ਕੀਤੇ ਗਏ। ਠਾਕੁਰ ਦੁਆਰੇ ਢਾਹ ਢਾਹ ਕੇ ਮਸੀਤਾਂ ਬਣਨ ਲੱਗੀਆਂ। ਸਾਰੇ ਲੋਕ ਫੋਕਟ ਧਰਮਾਂ ਵਿੱਚ ਪ੍ਰਵਿਰਤ ਹੋ ਗਏ। ਕੋਈ ਚੰਦਰਮਾ, ਕੋਈ ਸੂਰਜ, ਕੋਈ ਧਰਤੀ ਨੂੰ, ਕੋਈ ਆਸਮਾਨ ਨੂੰ, ਕੋਈ ਪੱਥਰਾਂ ਨੂੰ, ਕੋਈ ਹਵਾ ਨੂੰ, ਕੋਈ ਪਾਣੀ ਨੂੰ, ਕੋਈ ਅੱਗ ਨੂੰ ਰੱਬ ਮੰਨ ਬੈਠਾ ਅਤੇ ਇੱਕ ਰੱਬ ਨੂੰ ਭੁੱਲ ਕੇ ਹਜ਼ਾਰਾਂ ਰੱਬ ਬਣਾ ਬੈਠੇ। ਜੋਗੀ, ਜੰਗਮ, ਸਵੇਹੜੇ, ਸੰਨਿਆਸੀ ਆਦਿ ਇੱਕ ਤੋਂ ਅਨੇਕ ਮਤ ਹੋ ਕੇ ਆਪਸ ਵਿੱਚ ਬੈਰ ਵਿਰੋਧ ਕਰਨ ਲੱਗ ਪਏ। ਵੇਦ, ਪੁਰਾਣ, ਸ਼ਾਸਤਰ, ਸਿਮਰਤੀਆਂ ਆਪੋ ਵਿੱਚ ਹੀ ਇੱਕ ਦੂਜੇ ਦੀ ਵਿਰੋਧਤਾ ਵਿੱਚ ਰੁੱਝ ਗਏ। ਸੱਚੇ ਰਸਤੇ ਨੂੰ ਛੱਡ ਕੇ ਨਾਨਾ ਪ੍ਰਕਾਰ ਦੇ ਜੰਤਰਾਂ ਤੰਤਰਾਂ ਕਰਾਮਾਤਾਂ ਦੀ ਕਲਖ ਵਿੱਚ ਲਪੇਟੇ ਗਏ। ਸਰਬ ਲੋਕ ਭਟਕਣ ਲੱਗੇ। ਜਦੋਂ ਇਹ ਪਾਪ ਰੂਪੀ ਭਾਰ ਨਾਲ ਧਰਤੀ ਦੇ ਜੀਵਾਂ ਨੇ ਵਿਆਕੁਲ ਹੋ ਕੇ ਈਸ਼ਵਰ ਪਾਸ ਪ੍ਰਾਰਥਨਾ ਕੀਤੀ ਕਿ ਸਾਥੋਂ ਜ਼ਾਲਮਾਂ ਦੇ ਜ਼ੁਲਮ ਸਹਾਰੇ ਨਹੀਂ ਜਾਂਦੇ, ਸਾਡੇ ਪਰ ਕਿਰਪਾ ਕਰੋ, ਤਦ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ, ਜਗ ਮੈਂ ਪਠਾਇਆ ਸਰਗੁਣ ਸਮੁੰਦਰ। ਬ੍ਰਹਮ ਨੇ ਆਪਣੀਆਂ ਲਹਿਰਾਂ ਵਿੱਚੋਂ ਇੱਕ ਲਹਿਰ ਜਗਤ ਵਿੱਚ ਭੇਜੀ, ਜਿਸ ਨੇ ਆ ਕੇ ਕਲਯੁਗ ਦੇ ਭੁੱਲੇ ਭਟਕੇ ਜੀਵਾਂ ਨੂੰ ਸਤਨਾਮ ਮੰਤਰ ਸੁਣਾਇਆ, ਇੱਕ ਅਕਾਲ ਦੀ ਸੇਵਾ ਵਿੱਚ ਲਾਇਆ। ਤਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਹਨ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਅਕਾਲ ਪੁਰਖ ਨੇ ਇਸ ਧਰਤੀ ਦੀ ਪੁਕਾਰ ਸੁਣ ਕੇ ਆਪਣੇ ਸਮੁੰਦਰ ਦੀ ਲਹਿਰ ਵਿੱਚੋਂ ਇੱਕ ਲਹਿਰ ਬ੍ਰਹਮ ਰੂਪ ਇਸ ਸੰਸਾਰ 'ਤੇ ਭੇਜਣਾ ਕੀਤੀ, ਤਾਂ ਜੋ ਇਸ ਤਪਦੀ ਹੋਈ ਧਰਤੀ ਨੂੰ ਸ਼ਾਂਤ ਕੀਤਾ ਜਾਵੇ। ਸਾਰੇ ਸੰਸਾਰ ਦੇ ਮਨੁੱਖਾਂ ਨੂੰ ਸਤਨਾਮ ਦਾ ਪਾਠ ਪੜ੍ਹਾਇਆ ਜਾਵੇ, ਵਾਹਿਗੁਰੂ 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 ਜਪਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।